ਅੱਜ ਅੰਮ੍ਰਿਤ ਵੇਲੇ ਗੁਰਦੇਵ ਪਾਤਸ਼ਾਹ ਜੀ ਨੇ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਸੋਹੀ ਰਾਗ ਅੰਦਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 733 ਤੇ ਅੰਕਿਤ ਹੈ। ਅੱਜ ਦਾ ਜ਼ਮਾਨਾ ਟੀਮ ਵਰਕ ਦਾ ਜ਼ਮਾਨਾ ਹੈ। ਮਨੁੱਖ ਆਪਣੀ ਟੀਮ ਦੇ ਨਾਲ ਮਿਲ ਕੇ, ਸੰਗੀਆਂ ਸਾਥੀਆਂ ਦੇ ਨਾਲ ਮਿਲ ਕੇ ਵਿਆਪਾਰ ਕਰਦਾ ਹੈ ਔਰ ਇਸ ਵਿਆਪਾਰ ਰਾਹੀਂ ਬੰਦਾ ਧਨ ਇਕੱਠਾ ਕਰਦਾ ਹੈ। ਤਾਂ ਇਸ ਦੁਨੀਆ ਦੇ ਅੰਦਰ ਦੋ ਤਰ੍ਹਾਂ ਦਾ ਸਾਥ ਔਰ ਉਸ ਦੋ ਤਰ੍ਹਾਂ ਦੇ ਸਾਥ ਦੇ ਨਾਲ ਕੀਤਾ ਹੋਇਆ ਧਨ ਵੀ ਇਕੱਠਾ ਜਿਹੜਾ ਹੈ ਉਹ ਦੋ ਤਰ੍ਹਾਂ ਦਾ ਹੈ। ਇੱਕ ਸਾਥ ਔਰ ਇੱਕ ਧਨ ਉਹ ਹੈ ਜਿਸ ਰਾਹੀਂ ਜ਼ਿੰਦਗੀ ਦੇ ਅੰਦਰ ਸੁੱਖ, ਆਨੰਦ, ਖੇੜਾ, ਪ੍ਰਸੰਨਤਾ, ਇੱਜ਼ਤ, ਮਾਣ ਔਰ ਸਤਿਕਾਰ ਮਿਲਦਾ ਹੈ। ਦੂਜਾ ਸਾਥ ਔਰ ਦੂਜਾ ਧਨ ਉਹ ਹੈ ਜਿਸ ਰਾਹੀਂ ਜ਼ਿੰਦਗੀ ਅੰਦਰ ਦੁੱਖ, ਪਰੇਸ਼ਾਨੀਆਂ, ਡਰ, ਭੈ, ਸਹਿਮ ਔਰ ਬੇਪੱਤੀ ਜਾਂ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਚੋਣ ਮਨੁੱਖ ਦੀ ਆਪਣੀ ਹੈ ਕਿ ਇਹ ਕੈਸੇ ਸਾਥ ਔਰ ਕੈਸੇ ਧਨ ਦੀ ਚੋਣ ਕਰੇਗਾ। ਗੁਰਦੇਵ ਪਾਤਸ਼ਾਹ ਨੇ ਇਸ ਪਾਵਨ ਸ਼ਬਦ ਰਾਹੀਂ ਸਾਨੂੰ ਦੋਵੇਂ ਕਿਸਮ ਦੇ ਸਾਥ ਔਰ ਦੋਵੇਂ ਕਿਸਮ ਦੇ ਧਨ ਦਾ ਜਿਹੜਾ ਹੈ ਗਿਆਨ ਬਖਸ਼ਿਸ਼ ਕੀਤਾ ਹੈ ਔਰ ਨਾਲ ਹਿਦਾਇਤ ਕੀਤੀ ਹੈ, ਉਪਦੇਸ਼ ਕੀਤਾ ਹੈ ਕਿ ਭਲਿਆ ਜੇ ਸੁੱਖ, ਆਨੰਦ, ਖੇੜਾ ਔਰ ਪ੍ਰਸੰਨਤਾ ਚਾਹੁੰਦਾ ਹੈ ਤਾਂ ਤੈਨੂੰ ਕਿਹੜਾ ਧਨ ਇਕੱਠਾ ਕਰਨਾ ਚਾਹੀਦਾ ਹੈ। ਗੁਰੂ ਜੀ ਨੇ ਮਾਰਗ ਦਰਸ਼ਨ ਕੀਤਾ ਹੈ। ਆਓ ਬੜੇ ਪਿਆਰ ਦੇ ਨਾਲ ਵਿਚਾਰ ਕਰਨ ਦਾ ਯਤਨ ਕਰੀਏ। ਪਹਿਲਾ ਬਚਨ ਕਰਦੇ ਹਨ, ਜਿੱਥੇ ਹਰ ਆਰਾਧੀਐ ਤਿੱਥੇ ਹਰ ਮਿੱਤ ਸਹਾਈ, ਕਿ ਜਿੱਥੇ ਵੀ ਪ੍ਰਭੂ ਦੀ ਆਰਾਧਨਾ ਕੀਤੀ ਜਾਏ ਉਹ ਮਿੱਤਰ ਪ੍ਰਭੂ ਉੱਥੇ ਹੀ ਮਦਦਗਾਰ ਬਣਦਾ ਹੈ। ਤਾਂ ਸਭ ਤੋਂ ਪਹਿਲਾ ਸਾਥ ਪ੍ਰਭੂ ਦਾ ਹੈ। ਪ੍ਰਭੂ ਮਦਦਗਾਰ ਹੈ ਔਰ ਐਸਾ ਮਦਦਗਾਰ ਹੈ ਜਿੱਥੇ ਵੀ ਆਰਾਧੋਗੇ, ਜਿੱਥੇ ਵੀ ਯਾਦ ਕਰੋਗੇ, ਪ੍ਰਭੂ ਉੱਥੇ ਹੀ ਸਹਾਇਕ ਬਣੇਗਾ, ਕਿਉਂਕਿ ਜਗਤ ਦੇ ਕਣ ਕਣ ਦੇ ਅੰਦਰ ਸਮਾਇਆ ਹੋਇਆ ਹੈ। ਤੇ ਯਾਦ ਰੱਖਣਾ, ਜਦੋਂ ਵੀ ਬੰਦਾ ਰੱਬ ਨੂੰ ਆਪਣਾ ਮਿੱਤਰ ਬਣਾ ਲੈਂਦਾ ਹੈ, ਰੱਬੀ ਗੁਣਾਂ ਨੂੰ ਆਪਣਾ ਮਿੱਤਰ ਬਣਾ ਲੈਂਦਾ ਹੈ, ਤਾਂ ਰੱਬ ਜਾਂ ਰੱਬ ਦੇ ਜੋ ਗੁਣ ਨੇ ਉਹ ਹਮੇਸ਼ਾ ਇਸ ਦੀ ਸਹਾਇਤਾ ਕਰਦੇ ਹਨ, ਆਤਮਕ ਮੌਤ ਤੋਂ ਬਚਾਉਂਦੇ ਹਨ। ਜਿਵੇਂ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਹੈ ਕਿ ਜਦੋਂ ਬੰਦਾ ਚੋਰੀ ਕਰਨ ਲੱਗਦਾ ਨਾ, ਇਹਦੀ ਜ਼ਮੀਰ ਮਰਨ ਲੱਗਦੀ ਹੈ, ਤਾਂ ਰੱਬ ਮਦਦਗਾਰ ਬਣਦਾ ਹੈ ਤੇ ਅੰਦਰੋਂ ਆਵਾਜ਼ ਆਉਂਦੀ ਹੈ, ਚੋਰ ਕੀਆ ਚੰਗਾ ਕਿਉਂ ਹੋਏ, ਚੋਰ ਕੀ ਹਾਮਾ ਭਰੇ ਨਾ ਕੋਏ। ਜਿੱਥੇ ਵੀ ਰੱਬ ਦੀ ਆਰਾਧਨਾ ਕਰੋਗੇ, ਰੱਬ ਉੱਥੇ ਹੀ ਤੁਹਾਡਾ ਸਹਾਇਕ ਬਣੇਗਾ, ਮਦਦਗਾਰ ਬਣੇਗਾ। ਪਰ ਇਹ ਪ੍ਰਭੂ ਮਨ ਦੇ ਅੰਦਰ ਵਸੇਗਾ ਕਿਵੇਂ? ਗੁਰਦੇਵ ਬਚਨ ਕਰਦੇ ਨੇ, ਗੁਰ ਕਿਰਪਾ ਤੇ ਹਰ ਮਨ ਵਸੈ, ਹੋਰਤ ਬਿਦ ਲਿਆ ਨਾ ਜਾਈ। ਪਰ ਪ੍ਰਭੂ ਜਿਹੜਾ ਹੈ ਗੁਰੂ ਦੀ ਕਿਰਪਾ ਨਾਲ ਮਨੁੱਖ ਦੇ ਮਨ ਵਿੱਚ ਵਸਦਾ ਹੈ। ਹੋਰਤ ਬਿਦ ਲਿਆ ਨਾ ਜਾਈ ਦਾ ਮਤਲਬ ਹੋਰ ਕੋਈ ਤਰੀਕਾ ਨਹੀਂ ਹੈ ਜਿਸ ਰਾਹੀਂ ਅਸੀਂ ਪ੍ਰਭੂ ਨੂੰ ਪਾ ਸਕੀਏ, ਪ੍ਰਭੂ ਵਿੱਚ ਲੀਨ ਹੋ ਸਕੀਏ ਜਾਂ ਪ੍ਰਭੂ ਦੇ ਨਾਲ ਸਾਡਾ ਸਾਥ ਬਣੇ। ਹੋਰ ਕੋਈ ਤਰੀਕਾ ਨਹੀਂ, ਇੱਕੋ ਹੀ ਤਰੀਕਾ ਹੈ, ਇੱਕੋ ਹੀ ਰਾਸਤਾ ਹੈ, ਗੁਰੂ ਦੀ ਕਿਰਪਾ। ਤੇ ਗੁਰੂ ਦੀ ਕਿਰਪਾ ਦਾ ਭਾਵ ਹੈ ਕਿ ਗੁਰੂ ਦੇ ਚਰਨਾਂ ਦੀ ਸ਼ਰਨ ਲੈਣੀ ਔਰ ਗੁਰੂ ਪਾਸੋਂ ਗਿਆਨ ਦੀ ਦਾਤ ਪ੍ਰਾਪਤ ਕਰਨੀ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣੀ, ਗੁਰੂ ਦੀ ਮੱਤ ਮੁਤਾਬਕ ਜੀਵਨ ਜੀਣਾ, ਆਪਣੇ ਮੱਤ ਦੀ ਤਿਆਗ ਕਰਕੇ ਜੋ ਗੁਰੂ ਦੀ ਮੱਤ ਦਾ ਧਾਰਨੀ ਬਣ ਜਾਂਦਾ ਹੈ, ਉਸ ਮਨੁੱਖ ਦੇ ਮਨ ਬੁੱਧ ਦੇ ਅੰਦਰ ਰੱਬੀ ਗੁਣ ਨਿਵਾਸ ਕਰ ਲੈਂਦੇ ਨੇ। ਹੋਰ ਕੋਈ ਤਰੀਕਾ ਨਹੀਂ ਹੈ ਕਿ ਵਰਤਨ ਰਾਤੇ ਸਰਾਧਾਂ ਦੇ ਨਾਲ, ਤੀਰਥਾਂ ਤੇ ਇਸ਼ਨਾਨਾਂ ਦੇ ਨਾਲ ਜਾਂ ਝੂਠੀਆਂ ਸਮਾਧੀਆਂ ਦੇ ਨਾਲ ਉਹ ਮਿਲ ਜਾਏ। ਹੋਰ ਕੋਈ ਤਰੀਕਾ ਨਹੀਂ। ਗੁਰਦੇਵ ਪਾਤਸ਼ਾਹ ਹੁਣ ਸਾਨੂੰ ਸਮਝਾ ਰਹੇ ਹਨ, ਹਰ ਤਨ ਸੰਚੀਐ ਭਾਈ, ਕਿ ਇਹ ਭਰਾਵੋ ਜੋ ਹਰ ਧਨ ਹੈ ਉਹ ਇਕੱਠਾ ਕਰਨਾ ਚਾਹੀਦਾ ਹੈ। ਸੰਚੀਏ ਦਾ ਮਤਲਬ ਇਕੱਠਾ ਕਰਨਾ ਚਾਹੀਦਾ ਹੈ। ਹਰ ਤਨ ਦਾ ਮਤਲਬ ਰੱਬੀ ਗੁਣਾਂ ਦਾ ਧਨ, ਜਿਵੇਂ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ ਆਦਿਕ ਜੋ ਸ਼ੁਭ ਗੁਣ ਨੇ, ਇਹ ਧਨ ਇਕੱਠਾ ਕਰਨਾ ਚਾਹੀਦਾ ਹੈ।
ਕਿਉਂਕਿ ਇਹ ਧਨ ਹੀ ਸਾਡੇ ਆਤਮਿਕ ਜੀਵਨ ਦਾ ਸਹਾਇਕ ਹੈ। ਇਸ ਧਨ ਰਾਹੀਂ ਹੀ ਜ਼ਿੰਦਗੀ ਦੇ ਅੰਦਰ ਸੁਖ ਸ਼ਾਂਤੀ ਪਾਈ ਜਾ ਸਕਦੀ ਹੈ। ਇਸ ਲਈ ਰੱਬੀ ਗੁਣਾਂ ਦਾ ਧਨ ਇਕੱਠਾ ਕਰਨਾ ਚਾਹੀਦਾ ਹੈ। ਇਹ ਧਨ ਕੈਸਾ ਹੈ? ਗੁਰੂ ਜੀ ਕਹਿੰਦੇ ਨੇ, ਜੇ ਹਲਤ ਪਲਤ ਹਰ ਹੋਏ ਸਖਾਈ, ਜਿਹੜਾ ਹਰੀ ਲੋਕ ਪਰਲੋਕ ਵਿੱਚ ਸਹਾਇਕ ਬਣਦਾ ਹੈ। ਯਾਨੀ ਇਹ ਰੱਬੀ ਗੁਣਾਂ ਦਾ ਜੋ ਧਨ ਹੈ, ਲੋਕ ਪਰਲੋਕ ਦਾ ਮਤਲਬ ਹਰ ਸਮੇਂ ਸਹਾਇਕ ਹੈ। ਕਿਸੇ ਵੀ ਸਮੇਂ ਦੇ ਅੰਦਰ, ਸਵੇਰ ਤੋਂ ਲੈ ਕੇ ਸ਼ਾਮ ਤੱਕ, ਜਨਮ ਦੇ ਆਦਿ ਤੋਂ ਲੈ ਕੇ ਅੰਤ ਤੱਕ, ਜਨਮ ਤੋਂ ਲੈ ਕੇ ਮੌਤ ਤੱਕ ਰੱਬੀ ਗੁਣ ਸਾਡੇ ਸਹਾਇਕ ਨੇ। ਰੱਬੀ ਗੁਣ ਸਾਡੀ ਜ਼ਿੰਦਗੀ ਦੇ ਅੰਦਰ ਸ਼ਾਂਤੀ ਦੇਣ ਵਾਸਤੇ ਸਮਰੱਥ ਨੇ, ਸੁੱਖ ਦੇਣ ਵਾਸਤੇ ਸਮਰੱਥ ਨੇ, ਔਰ ਹਰ ਥਾਂ ਤੇ ਹੀ ਸਾਨੂੰ ਵਿਕਾਰਾਂ ਤੋਂ ਬਚਾਉਣ ਦੇ ਅੰਦਰ ਸਮਰੱਥ ਨੇ। ਇਸ ਲਈ ਹਮੇਸ਼ਾ ਹਰ ਇਨਸਾਨ ਨੂੰ ਰੱਬੀ ਗੁਣਾਂ ਦਾ ਧਨ ਇਕੱਠਾ ਕਰਨਾ ਚਾਹੀਦਾ ਹੈ। ਆਪਣੀ ਸੋਚ ਵਿੱਚ, ਆਪਣੇ ਮਨ ਵਿੱਚ, ਆਪਣੇ ਜੀਵਨ ਵਿੱਚ, ਬੋਲਾਂ ਵਿੱਚ, ਵਿਹਾਰ ਵਿੱਚ ਰੱਬੀ ਗੁਣਾਂ ਨੂੰ ਵਸਾਉਣਾ ਚਾਹੀਦਾ ਹੈ। ਤੇ ਇਹ ਧਨ ਇਕੱਠਾ ਕਿਵੇਂ ਹੋਏਗਾ? ਕਿਸ ਜਗ੍ਹਾ ਤੋਂ ਮਿਲੇਗਾ? ਉਹਦੇ ਵਾਸਤੇ ਸਾਨੂੰ ਕਿਹੜੇ ਸਾਥ ਦੀ ਲੋੜ ਪਵੇਗੀ? ਗੁਰਦੇਵ ਸਮਝਾਉਂਦੇ ਹਨ, ਸਤ ਸੰਗਤੀ ਸੰਗ ਹਰ ਤਨ ਖੱਟੀਐ, ਹੋਰ ਥੈ ਹੋਰਤ ਉਪਾਏ, ਹਰ ਤਨ ਕਿਤੈ ਨਾ ਪਾਈ। ਸਤਸੰਗੀਆਂ ਦੇ ਨਾਲ ਮਿਲ ਕੇ ਇਹ ਰੱਬੀ ਗੁਣਾਂ ਦਾ ਧਨ ਇਕੱਠਾ ਕੀਤਾ ਜਾ ਸਕਦਾ ਹੈ। ਹੋਰ ਥਾਂ ਦਾ ਮਤਲਬ ਸਤਸੰਗ ਤੋਂ ਇਲਾਵਾ ਹੋਰ ਥਾਂ ਤੇ ਵਿਕਾਰੀਆਂ ਦੀ ਸੰਗਤ ਵਿੱਚ, ਹੋਰਤ ਉਪਾਏ ਕਿਸੇ ਹੋਰ ਢੰਗ ਦੇ ਨਾਲ, ਹਰ ਤਨ ਕਿਤੇ ਨਾ ਪਾਈ, ਹਰ ਤਨ ਨਾ ਕਿਤੇ ਮਿਲਦਾ ਔਰ ਨਾ ਹੀ ਕੋਈ ਪਾ ਸਕਦਾ ਹੈ। ਯਾਨੀ ਵਿਕਾਰੀਆਂ ਦੀ ਸੰਗਤ ਦੇ ਵਿੱਚੋਂ ਇਹ ਹਰ ਤਨ ਰੱਬੀ ਗੁਣ ਨਹੀਂ ਮਿਲਣਗੇ। ਹੁਣ ਜਿਹੜਾ ਚੋਰੀ ਕਰਨ ਵਾਲਾ ਬੰਦਾ ਹੈ ਜਾਂ ਕੁਦਇਆ ਕਰਨ ਵਾਲਾ ਬੰਦਾ ਹੈ, 2 ਨੰਬਰ ਦੇ ਧੰਦੇ ਕਰਨ ਵਾਲੇ ਬੰਦੇ ਤੋਂ ਸੱਚ ਕਿਵੇਂ ਮਿਲੇਗਾ? ਇਸ ਲਈ ਸਤਸੰਗਤੀ ਸੰਗ ਹਰ ਤਨ ਖੱਟੀਏ, ਜੋ ਸਤਸੰਗ ਕਰਨ ਵਾਲੇ ਨੇ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾਣ ਵਾਲੇ ਨੇ। ਔਰ ਸਤਸੰਗ ਦਾ ਮਤਲਬ ਸਮਝ ਲੈਣਾ, ਕੇਵਲ ਕੁਝ ਸਮੇਂ ਵਾਸਤੇ ਗੁਰੂ ਦੀ ਹਜ਼ੂਰੀ ਵਿੱਚ ਬਹਿਣਾ ਹੀ ਸਤਸੰਗ ਨਹੀਂ ਹੈ। ਉਹ ਬਿਲਕੁਲ ਸਤਸੰਗ ਹੈ, ਲੇਕਿਨ ਪੱਕੇ ਤੌਰ ਤੇ ਸਤਸੰਗ ਕੀ ਹੈ? ਸੱਚ ਦਾ ਸੰਗ ਹਮੇਸ਼ਾ ਸੁਰਤ ਕਰੇ, ਗੁਰੂ ਦੀ ਮੱਤ ਦੇ ਨਾਲ ਸਾਡੀ ਸੁਰਤ ਜੁੜੀ ਹੋਵੇ, ਸੁਰਤ ਦਾ ਸੰਗ ਸੱਚ ਦੇ ਨਾਲ ਬਣ ਜਾਏ, ਸਾਡੀ ਮੈਂਟੈਲਿਟੀ, ਮਾਨਸਿਕਤਾ ਦਾ ਸੰਗ ਸੱਚ ਦੇ ਨਾਲ ਬਣ ਜਾਏ। ਜਿਨ੍ਹਾਂ ਦੀ ਸੋਚ, ਜਿਨ੍ਹਾਂ ਦੀ ਸੁਰਤ ਸੱਚ ਦੇ ਨਾਲ ਜੁੜ ਗਈ ਹੈ, ਜੋ ਗੁਰੂ ਦੀ ਸੰਗਤ ਕਰਦੇ ਹਨ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਨੇ, ਉਹਨਾਂ ਦੇ ਨਾਲ ਮਿਲ ਕੇ ਇਹ ਸ਼ੁਭ ਗੁਣ ਇਕੱਠੇ ਕੀਤੇ ਜਾ ਸਕਦੇ ਹਨ। ਹੋਰ ਕਿਸੇ ਢੰਗ ਦੇ ਨਾਲ ਨਹੀਂ, ਹੋਰ ਕਿਸੇ ਤਰੀਕੇ ਨਾਲ, ਹੋਰ ਥਾਂ ਤੋਂ ਨਹੀਂ। ਅਗਲਾ ਬਚਨ ਕਰਦੇ ਹਨ, ਹਰ ਰਤਨੈ ਕਾ ਵਾਪਾਰੀਆ, ਹਰ ਰਤਨ ਧਨ ਵਿਹਾਜੇ, ਕੱਚੇ ਕੇ ਵਾਪਾਰੀਏ, ਵਾਕ ਹਰ ਤਨ ਲਿਆ ਨਾ ਜਾਈ। ਹਰ ਰਤਨੇ ਕਾ ਵਪਾਰੀਆ ਦਾ ਮਤਲਬ ਜੋ ਹਰੀ ਦੇ ਗੁਣਾਂ ਦੇ ਵਪਾਰੀ ਨੇ, ਜੋ ਸਤ ਸੰਤੋਖ ਦਇਆ ਧਰਮ ਦੇ ਵਪਾਰੀ ਨੇ, ਜੋ ਇਹਨਾਂ ਦੇ ਕਦਰਦਾਨ ਨੇ, ਜੋ ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਨੇ, ਵਸਾਉਣਾ ਚਾਹੁੰਦੇ ਨੇ, ਜਿਨ੍ਹਾਂ ਨੇ ਇਹਨਾਂ ਦੀ ਸਾਰ ਨੂੰ ਜਾਣਿਆ ਹੈ, ਕਦਰ ਨੂੰ ਜਾਣਿਆ ਹੈ, ਜਿਨ੍ਹਾਂ ਨੇ ਇਹਨਾਂ ਗੁਣਾਂ ਤੋਂ ਉਤਪੰਨ ਹੋਏ ਸੁੱਖ ਦੇ ਆਨੰਦ ਨੂੰ ਮਾਣਿਆ ਹੈ, ਉਹ ਇਹਨਾਂ ਗੁਣਾਂ ਨੂੰ ਵਿਹਾਜਦੇ ਨੇ। ਜਿਹੜੇ ਕੱਚ ਦੇ ਵਪਾਰੀ ਨੇ, ਉਹਨਾਂ ਪਾਸੋਂ ਇਹ ਨਾਮ ਧਨ, ਇਹ ਰੱਬੀ ਗੁਣਾਂ ਦਾ ਧਨ ਨਹੀਂ ਮਿਲ ਸਕਦਾ। ਹੁਣ ਇੱਕ ਬੰਦਾ ਹੈ ਜੋ ਰਤਨਾਂ ਦਾ ਵਪਾਰ ਕਰਦਾ ਹੈ, ਹੀਰਿਆਂ ਦਾ ਵਪਾਰ ਕਰਦਾ ਹੈ, ਉਸ ਬੰਦੇ ਨੂੰ ਹੀਰਿਆਂ ਦੀ ਪਰਖ ਹੈ। ਉਹ ਹੀਰੇ ਨੂੰ ਵੱਧ ਕੀਮਤ ਦੇ ਕੇ ਖਰੀਦਦਾ ਹੈ, ਉਹਨੂੰ ਹੀਰੇ ਦੀ ਪਰਖ ਹੈ। ਇੱਕ ਬੰਦਾ ਕੱਚ ਦਾ ਵਪਾਰ ਕਰ ਰਿਹਾ ਹੈ ਤਾਂ ਕੱਚ ਦਾ ਵਪਾਰੀ ਨੂੰ ਹੀਰੇ ਦੀ ਪਰਖ ਨਹੀਂ ਹੈ, ਉਹ ਹੀਰੇ ਨੂੰ ਖਰੀਦੇਗਾ ਨਹੀਂ, ਕਿਉਂਕਿ ਉਹਦੇ ਉਹ ਕੰਮ ਦਾ ਨਹੀਂ ਹੈ, ਉਹਦਾ ਵਪਾਰ ਹੀ ਕੱਚ ਦਾ ਹੈ, ਉਹਨੂੰ ਕੱਚ ਦੀ ਕੀਮਤ ਦਾ ਪਤਾ ਹੈ, ਉਹ ਕੱਚ ਦਾ ਵਪਾਰੀ ਹੈ। ਤਾਂ ਕੱਚ ਦੇ ਵਪਾਰੀ ਤੋਂ ਹੀਰਿਆਂ ਦੀ ਜਿਹੜੀ ਹੈ ਕਦਰ ਨਹੀਂ ਪਾਈ ਜਾਂਦੀ, ਉੱਥੋਂ ਹੀਰੇ ਨਹੀਂ ਖਰੀਦੇ ਜਾ ਸਕਦੇ। ਇੱਥੇ ਕੱਚ ਦਾ ਮਤਲਬ ਆ ਦੁਨੀਆ ਵਿੱਚ ਕੰਮ ਆਉਣ ਵਾਲਾ ਕੱਚ ਨਹੀਂ ਹੈ। ਇੱਥੇ ਹੀਰਿਆਂ ਦਾ ਮਤਲਬ ਹੈ ਸ਼ੁਭ ਗੁਣ, ਸਤ ਸੰਤੋਖ ਦਇਆ ਧਰਮ ਧੀਰਜ ਗਿਆਨ ਵੈਰਾਗ ਨਿਮਾਨਤਾ ਸੇਵਾ ਸਿਮਰਨ ਪ੍ਰੇਮ ਕੁਰਬਾਨੀ ਨਿਰਭੈਤਾ ਨਿਰਵੈਰਤਾ। ਜਿਹੜਾ ਇਹਨਾਂ ਗੁਣਾਂ ਦਾ ਕਦਰਦਾਨ ਹੈ, ਜਿਹੜਾ ਇਹਨਾਂ ਗੁਣਾਂ ਦਾ ਵਪਾਰੀ ਹੈ, ਉਹ ਇਹਨਾਂ ਗੁਣਾਂ ਨੂੰ ਵਿਹਾਜੇਗਾ, ਉਹ ਇਹਨਾਂ ਗੁਣਾਂ ਨੂੰ ਇਕੱਠਿਆਂ ਕਰੇਗਾ। ਪਰ ਦੂਜੇ ਕੱਚ ਦੇ ਵਪਾਰੀ ਨੇ, ਕੱਚ ਕੀ ਹੈ, ਕੌਡੀਆਂ ਕੀ ਨੇ?
ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਚੁਗਲੀ ਨਿੰਦਾ ਝੂਠ ਫਰੇਬ ਚੋਰੀਆਂ ਯਾਰੀਆਂ ਬੇਈਮਾਨੀਆਂ ਠੱਗੀਆਂ ਪਹਿਨਾਮੀਆਂ ਪਾਪ ਅਪਰਾਧ ਮੇਰ ਤੇਰ ਭਰੂਣ ਹੱਤਿਆ ਦਾਜ ਦਹੇਜ ਜਾਤੀਵਾਦ ਲੜਾਈ ਦੰਗੇ ਫਸਾਦ, ਜਿਹੜਾ ਇਹਨਾਂ ਦਾ ਵਪਾਰੀ ਹੈ ਉਹਦੇ ਕੋਲੋਂ ਸ਼ੁਭ ਗੁਣ ਕਿੱਥੋਂ ਮਿਲਣਗੇ? ਇਹਨੂੰ ਕੱਚ ਦਾ ਵਪਾਰੀ ਕਹਿੰਦੇ ਨੇ। ਜੋ ਔਗਣਾਂ ਦਾ ਵਪਾਰੀ ਹੈ, ਜੋ ਔਗਣਿਆਰਾ ਹੈ, ਉਹਦੇ ਪਾਸੋਂ ਇਹ ਰੱਬੀ ਗੁਣ ਨਹੀਂ ਮਿਲ ਸਕਦੇ। ਇਸ ਲਈ ਜੇ ਅਸੀਂ ਰੱਬੀ ਗੁਣਾਂ ਦੇ ਧਾਰਨੀ ਹੋਣਾ ਲੋਚਦੇ ਹਾਂ ਤਾਂ ਉਹਦੇ ਵਾਸਤੇ ਇੱਕੋ ਹੀ ਸਾਧਨ ਹੈ ਕਿ ਜੋ ਗੁਣੀ ਜਨ ਨੇ, ਗੁਰੂ ਦੇ ਦੱਸੇ ਰਾਹਾਂ 'ਤੇ ਤੁਰਨ ਵਾਲੇ ਨੇ, ਉਹਨਾਂ ਦੀ ਸੰਗਤ ਕੀਤੀ ਜਾਏ। ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪ ਪੜ੍ਹੀ ਜਾਏ। ਜੋ ਬਾਣੀ ਦੇ ਕਦਰਦਾਨ ਨੇ ਉਹਨਾਂ ਦੇ ਨਾਲ ਮਿਲਿਆ ਜਾਏ। ਉਹਨਾਂ ਦੇ ਨਾਲ ਮਿਲ ਕੇ ਅਸੀਂ ਵੀ ਇਹ ਗੁਣ ਵਿਹਾਜ ਸਕਦੇ ਹਾਂ। ਅਗਲਾ ਬਚਨ ਗੁਰਦੇਵ ਪਾਤਸ਼ਾਹ ਬਚਨ ਕਰਦੇ ਨੇ, ਹਰ ਤਨ ਰਤਨ ਜਵੇਹਰ ਮਾਨਕ ਹਰ ਧਨੈ ਨਾਲ ਅੰਮ੍ਰਿਤ ਵੇਲੇ ਵੱਤੈ ਹਰ ਭਗਤੀ ਹਰ ਲਿਵ ਲਾਈ। ਕਿ ਪ੍ਰਭੂ ਦਾ ਨਾਮ ਧਨ ਹੈ, ਜਵਾਹਰ ਮਾਨਕ ਵਰਗਾ ਕੀਮਤੀ ਹੈ। ਜਿਵੇਂ ਸਾਡੀ ਦੁਨੀਆ ਦੇ ਅੰਦਰ ਰਤਨ ਹੀਰੇ ਕੀਮਤੀ ਨੇ ਨਾ, ਸੋਨਾ ਕੀਮਤੀ ਹੈ ਦੂਜੀਆਂ ਧਾਤਾਂ ਦੇ ਨਾਲੋਂ, ਤਾਂ ਇਹ ਜਿਵੇਂ ਸਾਡੀ ਦੁਨੀਆ ਦੇ ਅੰਦਰ ਰਤਨ ਆਦਿਕ ਕੀਮਤੀ ਨੇ, ਇਸੇ ਤਰ੍ਹਾਂ ਮਾਨਸਿਕ ਦੁਨੀਆ ਵਿੱਚ, ਆਤਮਿਕ ਦੁਨੀਆ ਦੇ ਅੰਦਰ ਪ੍ਰਭੂ ਪਰਮਾਤਮਾ ਦੇ ਜੋ ਗੁਣ ਨੇ ਉਹ ਕੀਮਤੀ ਨੇ, ਹੀਰੇ ਜਵਾਹਰਾਤਾਂ ਦੀ ਤਰ੍ਹਾਂ ਨੇ। ਇਹਨਾਂ ਰਾਹੀਂ ਸਾਡੀ ਜ਼ਿੰਦਗੀ ਅੰਦਰ ਜੋ ਸੁੱਖ ਪੈਦਾ ਹੁੰਦੇ ਨੇ, ਉਹਨਾਂ ਸੁੱਖਾਂ ਦਾ ਕਦੇ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਕਿ ਸੱਚ ਬੋਲਣ ਨਾਲ, ਸੱਚ ਸੁਣਨ ਨਾਲ, ਸੱਚਾ ਵਿਹਾਰ ਕਰਨ ਦੇ ਨਾਲ ਇਹ ਸਮਾਜ ਕਿੰਨਾ ਮਹਾਨ ਹੋ ਜਾਏਗਾ, ਇਹਦਾ ਕਦੇ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਕਿਉਂਕਿ ਸੱਚ ਬੋਲਣ ਦੇ ਨਾਲ, ਸੱਚ ਨੂੰ ਅਪਣਾਉਣ ਦੇ ਨਾਲ ਹੀ ਝੂਠ ਫਰੇਬ 2 ਨੰਬਰ ਦੇ ਧੰਦੇ ਆਦਿਕ ਸਭ ਕੁਝ ਖਤਮ ਹੋ ਜਾਣਗੇ। ਫਿਰ ਚੋਰੀਆਂ ਵਿਕਾਰ ਔਰ ਪਾਪ ਨਹੀਂ ਰਹਿ ਜਾਣਗੇ। ਇੱਕ ਇੱਕ ਗੁਣ ਦੀ ਇੰਨੀ ਕੀਮਤ ਹੈ ਜਿਸ ਦਾ ਕੋਈ ਅੰਤ ਹੀ ਨਹੀਂ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਪ੍ਰਭੂ ਪਰਮਾਤਮਾ ਦੇ ਪਿਆਰੇ ਨੇ, ਅੰਮ੍ਰਿਤ ਵੇਲੇ ਦਾ ਮਤਲਬ ਸਵੇਰੇ, ਵੱਤੇ ਦਾ ਮਤਲਬ ਵੱਤਰ, ਸਵੇਰੇ ਹੀ ਅੰਮ੍ਰਿਤ ਵੇਲੇ ਹੀ ਜਾਗਦਿਆਂ ਸਾਰ ਹੀ ਹਰ ਭਗਤੀ ਹਰ ਲਿਵ ਲਾਈ। ਜੋ ਰੱਬ ਦੇ ਪਿਆਰੇ ਨੇ ਉਹ ਆਪਣੀ ਲਗਨ ਗੁਣਾਂ ਦੇ ਨਾਲ ਲਾ ਲੈਂਦੇ ਨੇ। ਸਵੇਰੇ ਉੱਠਦਿਆਂ ਹੀ, ਜਾਗਦਿਆਂ ਹੀ ਉਹਨਾਂ ਦੀ ਸੁਰਤ ਦੇ ਅੰਦਰ ਰੱਬੀ ਗੁਣ ਨੇ, ਉਹਨਾਂ ਦੀ ਯਾਦ ਵਿੱਚ ਰੱਬੀ ਗੁਣ ਨੇ, ਉਹਨਾਂ ਦੀ ਬੋਲਾਂ ਦੇ ਉੱਤੇ ਰੱਬੀ ਗੁਣ ਨੇ, ਔਰ ਸਾਰਾ ਦਿਨ ਫਿਰ ਉਹ ਗੁਣਾਂ ਦੇ ਨਾਲ ਹੀ ਆਪਣਾ ਜੀਵਨ ਬਤੀਤ ਕਰਦੇ ਨੇ। ਤੇ ਜਿਹੜੇ ਲੋਕ ਰੱਬੀ ਗੁਣਾਂ ਦੇ ਨਾਲ ਨਹੀਂ ਜੁੜੇ, ਜਿਨ੍ਹਾਂ ਦੇ ਅੰਦਰ ਪ੍ਰੇਮਾ ਭਗਤੀ ਨਹੀਂ, ਬਾਣੀ ਦੇ ਨਾਲ ਪਿਆਰ ਨਹੀਂ, ਉਸ ਸਵੇਰੇ ਉੱਠਦਿਆਂ ਹੀ ਕ੍ਰੋਧ ਦੇ ਅੰਦਰ, ਲੋਭ ਦੇ ਅੰਦਰ ਖਚਤ ਨੇ। ਉਹ ਸਵੇਰੇ ਉੱਠਦਿਆਂ ਹੀ ਸਕੀਮਾਂ ਬਣਾਉਂਦੇ ਨੇ, ਅੱਜ ਕਿੱਧਰ ਠੱਗੀ ਲਾਣੀ ਹੈ, ਕਿੱਥੇ ਕੋਈ ਨਸ਼ਾ ਵਰਤਣਾ ਹੈ, ਜਾਂ ਕਿੱਥੋਂ ਰਿਸ਼ਵਤ ਲੈਣੀ ਹੈ, ਜਾਂ ਕਿਸ ਦੀ ਪ੍ਰੋਪਰਟੀ ਹੜੱਪਣੀ ਹੈ, ਕਿਹਦੀ ਚੁਗਲੀ ਕਰਕੇ ਕਿਸੇ ਦੇ ਘਰ ਵਿੱਚ ਪਾੜਾ ਪਾਣਾ। ਉਹ ਸਵੇਰ ਤੋਂ ਹੀ ਇਹ ਕੁਝ ਸੋਚਣ ਲੱਗ ਜਾਂਦੇ ਨੇ। ਸੋਚ ਬਣ ਗਈ ਨਾ। ਇਸ ਲਈ ਜੋ ਪ੍ਰਭੂ ਦੇ ਪਿਆਰੇ ਨੇ ਉਹ ਸਵੇਰੇ ਹੀ, ਜਾਗਦਿਆਂ ਹੀ, ਅੰਮ੍ਰਿਤ ਵੇਲੇ ਹੀ ਆਪਣੀ ਜੋ ਲਿਵ ਹੈ ਉਹ ਰੱਬੀ ਗੁਣਾਂ ਦੇ ਨਾਲ ਲਾਉਂਦੇ ਨੇ। ਤੇ ਇਹੀ ਪ੍ਰਭੂ ਦੀ ਭਗਤੀ। ਇਹ ਗੱਲ ਯਾਦ ਰੱਖਣੀ। ਗੁਰਦੇਵ ਦਾ ਪਾਵਨ ਬਚਨ ਹੈ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਤੇ ਸਿੱਖ ਦਾ ਜੀਵਨ ਵੀ ਸਵੇਰੇ ਨਿਤਨੇਮ ਤੋਂ ਸ਼ੁਰੂ ਹੁੰਦਾ ਹੈ। ਤੇ ਸਿੱਖ ਜਦੋਂ ਰਾਤ ਨੂੰ ਸੌਂਦਾ ਹੈ ਉਦੋਂ ਵੀ ਸੋਹਿਲੇ ਦੀ ਬਾਣੀ ਪੜ੍ਹ ਕੇ, ਭਾਵ ਜਾਗਦਿਆਂ ਵੀ ਸੱਚ ਦੇ ਨਾਲ ਇਹਦੀ ਸ਼ੁਰੂਆਤ ਹੈ, ਤੇ ਜਦੋਂ ਇਹਨੇ ਸੌਣਾ ਹੈ ਉਦੋਂ ਇਹਦੇ ਦਿਨ ਦਾ ਅੰਤ ਵੀ ਜਿਹੜਾ ਹੈ ਉਹ ਸੱਚ ਦੇ ਨਾਲ ਜੁੜ ਕੇ ਹੈ, ਤੇ ਸਾਰਾ ਦਿਨ ਵੀ ਇਹ ਸੱਚ ਦੇ ਨਾਲ ਜੁੜਿਆ ਹੋਇਆ ਹੈ। ਇਸ ਤਰ੍ਹਾਂ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਪ੍ਰਭੂ ਪਰਮਾਤਮਾ ਦੇ ਜੋ ਪਿਆਰੇ ਨੇ ਉਹ ਸਵੇਰ ਤੋਂ ਆਪਣੇ ਦਿਨ ਦੀ ਜੋ ਸ਼ੁਰੂਆਤ ਹੈ ਉਹ ਪ੍ਰਭੂ ਪਰਮਾਤਮਾ ਦੇ ਗੁਣਾਂ ਦੇ ਨਾਲ ਹੀ ਲਿਵ ਲਾ ਕੇ ਕਰਦੇ ਨੇ। ਹਰ ਤਨ ਅੰਮ੍ਰਿਤ ਵੇਲੇ ਵੱਤੈ ਕਾ ਬੀਜਿਆ, ਭਗਤ ਖਾਰੇ ਖਰਚ ਰਹੇ ਨਿਖੁੱਟੇ ਨਾਹੀਂ। ਤੇ ਹਰ ਰੋਜ਼ ਉਹਨਾਂ ਦਾ ਇਹ ਰੂਟੀਨ ਹੈ, ਹਰ ਪਲ ਉਹਨਾਂ ਦਾ ਇਹ ਰੂਟੀਨ ਹੈ, ਉਹਨਾਂ ਦਾ ਆਦਤ ਹੈ, ਉਹਨਾਂ ਦਾ ਕਰਮ ਹੈ, ਉਹਨਾਂ ਦਾ ਵਿਹਾਰ ਹੈ। ਕੋਈ ਵੀ ਸ਼ਬਦ ਵਰਤ ਲਓ, ਮਨ ਬਚਨ ਔਰ ਕਰਮ ਕਰਕੇ ਉਹ ਰੱਬੀ ਗੁਣਾਂ ਦੇ ਨਾਲ ਜੁੜੇ ਹੋਏ ਨੇ। ਉਹ ਰੱਬੀ ਗੁਣਾਂ ਦਾ ਹੀ ਬੀਜ ਰਹੇ ਨੇ। ਤੇ ਜਿਹੜਾ ਇਹ ਬੀਜ ਬੀਜਿਆ ਹੈ ਨਾ ਭਗਤਾਂ ਨੇ, ਖਾਏ ਖਰਚ ਰਹੇ, ਉਹ ਇਹਦਾ ਫਲ ਖਾਂਦੇ ਨੇ ਔਰ ਉਸ ਫਲ ਨੂੰ ਖਰਚਦੇ ਨੇ। ਤੇ ਉਹ ਜਿਹੜਾ ਫਲ ਹੈ ਕਦੇ ਨਿਖੁੱਟਦਾ ਨਹੀਂ। ਹੁਣ ਦੇਖੋ, ਇਹ ਚੀਜ਼ ਸਮਝਣ ਵਾਲੀ ਹੈ। ਇੱਕ ਬੰਦਾ ਸ਼ੁਭ ਗੁਣਾਂ ਦਾ ਬੀਜ ਬੀਜ ਰਿਹਾ ਹੈ, ਸੱਚਾਈ,
ਦਇਆ, ਪ੍ਰੇਮ। ਤੇ ਸੱਚਾਈ, ਦਇਆ ਔਰ ਪ੍ਰੇਮ ਦਾ ਜੋ ਫਲ ਹੈ ਉਹ ਸੁੱਖ ਦੇ ਵਿੱਚ ਮਿਲੇਗਾ, ਤੇ ਉਹ ਸੁੱਖ ਕਦੇ ਖਤਮ ਨਹੀਂ ਹੋਏਗਾ, ਕਿਉਂਕਿ ਸੱਚ ਨੇ ਕਦੇ ਖਤਮ ਨਹੀਂ ਨਾ ਹੋਣਾ। ਸੱਚ ਅਬਿਨਾਸ਼ੀ ਹੈ, ਤੇ ਅਬਿਨਾਸ਼ੀ ਤੋਂ ਪੈਦਾ ਹੋਇਆ ਸੁੱਖ ਵੀ ਅਬਿਨਾਸ਼ੀ ਹੋਏਗਾ। ਤੇ ਜੋ ਪਿਆਰੇ ਨੇ, ਰੱਬ ਦੇ ਭਗਤ ਨੇ, ਜੋ ਰੱਬ ਦੇ ਪਿਆਰੇ ਨੇ, ਰੱਬੀ ਰਾਹਾਂ ਤੇ ਤੁਰਨ ਵਾਲੇ ਨੇ, ਉਹ ਇਹਨੂੰ ਆਪ ਵੀ ਵਰਤਦੇ ਨੇ ਤੇ ਖਰਚਦੇ ਨੇ। ਭਾਵ ਕਿ ਦੂਜਿਆਂ ਦੇ ਵਿੱਚ ਵੀ ਇਹ ਪਿਆਰ ਵੰਡਦੇ ਨੇ, ਦੂਜਿਆਂ ਦੇ ਅੰਦਰ ਵੀ ਇਹ ਸੁੱਖ ਵੰਡਦੇ ਨੇ, ਦੂਜਿਆਂ ਦੇ ਨਾਲ ਇਹਨਾਂ ਗੁਣਾਂ ਵਾਲੀ ਵਰਤੋਂ ਕਰਦੇ ਨੇ। ਉਹਨਾਂ ਦਾ ਵਿਹਾਰ ਸੱਚਾ ਹੈ, ਉਹਨਾਂ ਦਾ ਵਿਹਾਰ ਦਇਆ ਵਾਲਾ ਹੈ, ਉਹਨਾਂ ਦਾ ਵਿਹਾਰ ਪਿਆਰ ਵਾਲਾ ਹੈ। ਤੇ ਇਸ ਤਰ੍ਹਾਂ ਇਹਨਾਂ ਗੁਣਾਂ ਨੂੰ ਵੰਡਿਆਂ ਕਦੇ ਗੁਣਾਂ ਦੇ ਅੰਦਰ ਤੋਟ ਨਹੀਂ ਆਉਂਦੀ, ਸਗੋਂ ਇਹ ਜਿਹੜੇ ਗੁਣ ਨੇ ਹੋਰ ਵੱਧਦੇ ਜਾਂਦੇ ਨੇ। ਜਿਵੇਂ ਜਿਵੇਂ ਤੁਸੀਂ ਕਿਸੇ ਦੇ ਨਾਲ ਪਿਆਰ ਕਰੋਗੇ, ਉਹ ਪਿਆਰ ਵਾਲਾ ਵਿਹਾਰ ਹਰ ਰੋਜ਼ ਵੱਧਦਾ ਜਾਏਗਾ, ਤੇ ਉਸ ਪਿਆਰ ਵਾਲੇ ਵਿਹਾਰ ਦੇ ਅੰਦਰੋਂ ਜੋ ਸੁੱਖ ਪੈਦਾ ਹੋਵੇਗਾ ਉਹ ਸੁੱਖ ਵੀ ਵਧੇਗਾ। ਦਇਆ ਵਾਲਾ ਵਿਹਾਰ, ਸੱਚ ਵਾਲਾ ਵਿਹਾਰ, ਇਮਾਨਦਾਰੀ ਵਾਲਾ, ਇਨਸਾਨੀਅਤ ਵਾਲਾ ਵਿਹਾਰ ਜਿਵੇਂ ਜਿਵੇਂ ਕਰੋਗੇ, ਇਹ ਇਨਸਾਨੀਅਤ ਔਰ ਦਇਆ ਖਤਮ ਨਹੀਂ ਹੋਏਗੀ, ਸਗੋਂ ਵੱਧਦੀ ਜਾਏਗੀ, ਔਰ ਇਹਦੇ ਵਿੱਚੋਂ ਪੈਦਾ ਜਿਹੜਾ ਹੋਇਆ ਸੁੱਖ ਹੈ ਉਹ ਵੀ ਵਧੇਗਾ। ਇਸ ਲਈ ਜ਼ਰੂਰਤ ਹੈ ਕਿ ਅਸੀਂ ਆਪ ਸ਼ੁਭ ਗੁਣਾਂ ਦੇ ਨਾਲ ਜੁੜੀਏ, ਇਹਨਾਂ ਸ਼ੁਭ ਗੁਣਾਂ ਵਾਲਾ ਵਿਹਾਰ ਕਰੀਏ, ਆਪ ਵੀ ਇਸ ਸੁੱਖ ਨੂੰ ਮਾਣੀਏ, ਔਰ ਸੰਸਾਰ ਦੇ ਲੋਕਾਂ ਤੱਕ ਵੀ ਇਸ ਸੁੱਖ ਨੂੰ ਪਹੁੰਚਾਉਣ ਦਾ ਯਤਨ ਕਰੀਏ। ਦੂਜਿਆਂ ਨੂੰ ਵੀ ਦੱਸੀਏ ਕਿ ਪਿਆਰਿਓ, ਸ਼ੁਭ ਗੁਣਾਂ ਦੇ ਧਾਰਨੀ ਹੋਣ ਦੇ ਨਾਲ ਜੀਵਨ ਬਦਲ ਜਾਂਦਾ ਹੈ, ਸੋਚ ਮਹਾਨ ਹੋ ਜਾਂਦੀ ਹੈ, ਮਨ ਸ਼ਾਂਤ ਹੋ ਜਾਂਦਾ ਹੈ, ਜੀਵਨ ਵਿੱਚ ਸੰਤੋਖ ਆ ਜਾਂਦਾ ਹੈ। ਇਹਨਾਂ ਗੁਣਾਂ ਦੇ ਨਾਲ ਜੁੜਨ ਦੇ ਨਾਲ ਸਾਨੂੰ ਸੁੱਖ ਮਿਲਦਾ ਹੈ। ਇਹ ਚੀਜ਼ਾਂ ਅੱਗੇ ਵੀ ਪ੍ਰਚਾਰਨ ਔਰ ਪ੍ਰਸਾਰਨ ਦਾ ਯਤਨ ਕੀਤਾ ਜਾਏ। ਦੂਜੇ ਪਾਸੇ ਗੁਰਦੇਵ ਪਾਤਸ਼ਾਹ ਜੀ ਬਚਨ ਕਰਦੇ ਹਨ, ਹਲਤ ਪਲਤ ਹਰ ਧਨੈ ਕੀ, ਭਗਤਾਂ ਕੋ ਮਿਲੀ ਵਡਿਆਈ। ਹਲਤ ਪਲਤ ਦਾ ਮਤਲਬ ਹਰ ਥਾਂ ਦੇ ਉੱਤੇ ਜੋ ਹਰੀ ਧਨ ਹੈ, ਜੋ ਰੱਬ ਦੇ ਸ਼ੁਭ ਗੁਣ ਨੇ, ਉਹਨਾਂ ਦੀ ਭਗਤਾਂ ਨੂੰ ਹਮੇਸ਼ਾ ਹੀ ਵਡਿਆਈ ਮਿਲੀ ਹੈ। ਸ਼ੁਭ ਗੁਣਾਂ ਦੇ ਕਾਰਨ ਭਗਤਾਂ ਨੂੰ ਹਰ ਸਮੇਂ ਹਰ ਥਾਂ ਤੇ ਹੀ ਵਡਿਆਈ ਮਿਲੀ ਹੈ। ਅਸੀਂ ਬੜੇ ਪਿਆਰ ਦੇ ਨਾਲ ਸ਼ਬਦ ਪੜ੍ਹਦੇ ਹਾਂ ਨਾ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ, ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਪਇਓ ਗੁਣੀ ਗਹੀਰਾ, ਰਵਿਦਾਸ ਢੁਅੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ। ਇਹ ਬਿਦ ਸੁਣ ਕੇ ਡਾਟਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਤਾਂ ਹਰ ਸਮੇਂ ਹੀ ਰੱਬ ਦੇ ਪਿਆਰਿਆਂ ਨੂੰ ਵਡਿਆਈ ਮਿਲੀ ਹੈ, ਮਾਣ ਮਿਲਿਆ ਹੈ। ਪਿਛਲੇ ਬੀਤ ਗਏ ਸਮੇਂ ਵਿੱਚ ਵੀ ਮਾਣ ਮਿਲਿਆ ਹੈ, ਅੱਜ ਵੀ ਮਾਣ ਮਿਲ ਰਿਹਾ ਹੈ, ਆਉਣ ਵਾਲੇ ਸਮੇਂ ਦੇ ਅੰਦਰ ਵੀ ਮਾਣ ਮਿਲਦਾ ਰਹੇਗਾ। ਜੋ ਵੀ ਰੱਬੀ ਗੁਣਾਂ ਦਾ ਧਾਰਨੀ ਹੋਵੇਗਾ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਹਰ ਤਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ, ਇਹ ਹਰ ਤਨ ਅਗਨੀ ਤਸਕਰੈ ਪਾਣੀਏ ਜਮਦੂਤੈ, ਕਿਸੇ ਕਾ ਗਵਾਇਆ ਨਾ ਜਾਈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਇਹ ਜੋ ਹਰ ਤਨ ਹੈ ਇਹ ਨਿਰਭਉ ਹੈ। ਜਿਹੜਾ ਹਰੀ ਧਨ ਨੂੰ ਸੰਸਦਾ ਹੈ, ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਹਰੀ ਧਨ ਵਸਦਾ ਹੈ, ਗੁਣ ਵਸਦੇ ਨੇ, ਉਹਨੂੰ ਕਿਸੇ ਚੀਜ਼ ਦਾ ਭੈ ਨਹੀਂ ਹੈ, ਕਿਉਂਕਿ ਉਹ ਭੈ ਤੋਂ ਮੁਕਤ ਹੋ ਗਿਆ ਹੈ। ਕਾਰਨ ਕੀ ਹੈ ਕਿ ਭੈ ਉਸ ਨੂੰ ਹੁੰਦਾ ਹੈ ਜੋ ਪਾਪ ਕਮਾਉਂਦਾ ਹੈ। ਧਰਮੀ ਇਨਸਾਨ ਨੂੰ ਤੇ ਭੈ ਹੈ ਹੀ ਨਹੀਂ, ਸੋ ਡਰੈ ਜੇ ਪਾਪ ਕਮਾਉਂਦਾ ਧਰਮੀ ਵਿਗਸਿਤ। ਦੂਜੀ ਗੱਲ, ਇਹ ਧਨ ਸੱਚਾ ਹੈ, ਸਥਿਰ ਹੈ, ਸੱਚ ਨੇ ਕਦੇ ਖਤਮ ਨਹੀਂ ਹੋਣਾ, ਗੁਣਾਂ ਨੇ ਕਦੇ ਖਤਮ ਨਹੀਂ ਹੋਣਾ, ਰੱਬ ਨੇ ਕਦੇ ਖਤਮ ਨਹੀਂ ਹੋਣਾ। ਉਹ ਤਾਂ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਕੂੜ ਨਿਖੁੱਟੈ ਨਾਨਕਾ, ਓੜਕ ਸੱਚ ਰਹੀ, ਕੂੜ ਖਤਮ ਹੋ ਜਾਂਦਾ ਹੈ, ਝੂਠ ਦਾ ਪਰਦਾ ਫਾਸ਼ ਹੋ ਜਾਂਦਾ ਹੈ, ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਇਹ ਸੱਚ ਸਦਾ ਹੈ। ਤੇ ਇਹ ਜਿਹੜਾ ਸੱਚ ਹੈ, ਗੁਰੂ ਜੀ ਕਹਿੰਦੇ ਨੇ, ਅਗਨੀ ਤਸਕਰੈ ਪਾਣੀਏ ਜਮਦੂਤੈ, ਕਿਸੇ ਕਾ ਗਵਾਇਆ ਨਾ ਜਾਈ। ਨਾ ਤੇ ਇਸ ਸੱਚ ਨੂੰ ਅੱਗ ਸਾੜ ਸਕਦੀ ਹੈ, ਨਾ ਹੀ ਇਸ ਸੱਚ ਨੂੰ ਔਰ ਰੱਬੀ ਗੁਣਾਂ ਨੂੰ ਕੋਈ ਚੋਰ ਚੁਰਾ ਸਕਦਾ ਹੈ, ਤੇ ਨਾ ਹੀ ਜਿਹੜੇ ਜਮਦੂਤ ਨੇ, ਜਮਦੂਤ ਦਾ ਮਤਲਬ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਵੀ ਨਹੀਂ ਗਵਾ ਸਕਦੇ,
ਕਿਉਂਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਸੱਚ ਦੇ ਨਜ਼ਦੀਕ ਵੀ ਨਹੀਂ ਆਉਣਗੇ। ਜਿੱਥੇ ਸੱਚ ਹੈ ਉਸ ਸੱਚ ਦੇ ਪ੍ਰਤਾਪ ਨੂੰ ਵੇਖ ਕੇ ਤੇ ਜਮਦੂਤ ਕਾਮ, ਕ੍ਰੋਧ ਆਦਿਕ ਛੱਡ ਜਾਂਦੇ ਨੇ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਹੇ, ਆਤਮਕ ਮੌਤ ਉਸ ਮਨੁੱਖ ਦੇ ਨਜ਼ਦੀਕ ਨਹੀਂ ਆਉਂਦੀ। ਜਿਸ ਮਨੁੱਖ ਦੇ ਹਿਰਦੇ ਦੇ ਅੰਦਰ ਨਾਮ ਧਨ ਹੈ, ਜਿਸ ਮਨੁੱਖ ਦੇ ਸੋਚ ਦੇ ਅੰਦਰ ਰੱਬੀ ਗੁਣ ਨੇ, ਉਹ ਬੰਦਾ ਨਿਰਭਉ ਹੈ ਔਰ ਉਸ ਸੱਚ ਨੂੰ, ਰੱਬੀ ਗੁਣਾਂ ਨੂੰ ਨਾ ਅੱਗ ਜਲਾ ਸਕਦੀ ਹੈ, ਨਾ ਕੋਈ ਚੋਰ ਚੁਰਾ ਸਕਦਾ ਹੈ ਔਰ ਨਾ ਹੀ ਉਹਨੂੰ ਆਤਮਕ ਮੌਤ ਹੀ ਕੋਈ ਪੋ ਸਕਦੀ ਹੈ। ਅਗਲੇ ਬਚਨ ਕਰਦੇ ਨੇ, ਹਰ ਧਨ ਕੋ ਉਚੱਕਾ ਨੇੜ ਨਾ ਆਵਈ, ਜਮ ਜਾਗਾਤੀ ਡੰਡ ਨਾ ਲਗਾਈ। ਉਚੱਕਾ ਦਾ ਮਤਲਬ ਲੁਟੇਰਾ, ਡੰਡ ਦਾ ਮਤਲਬ ਡੰਨ। ਜੋ ਰੱਬੀ ਗੁਣ ਨੇ, ਇਸ ਨਾਮ ਧਨ ਨੂੰ, ਰੱਬੀ ਗੁਣਾਂ ਨੂੰ, ਇਹਨਾਂ ਦੇ ਨੇੜੇ ਕੋਈ ਡਾਕੂ ਚੋਰ ਨਹੀਂ ਆ ਸਕਦਾ, ਕਿਉਂਕਿ ਡਾਕਾ ਮਾਰਿਆ ਜਾ ਸਕਦਾ ਹੈ, ਧਨ ਪਦਾਰਥ ਤੇ ਕੋਈ ਲੁੱਟ ਲਏਗਾ, ਲੇਕਿਨ ਉੱਚੇ ਆਚਰਨ ਨੂੰ ਕਿਵੇਂ ਲੁੱਟੇਗਾ, ਸੱਚ ਨੂੰ ਕਿਵੇਂ ਲੁੱਟੇਗਾ? ਸੱਚ ਨੂੰ ਥੋੜਾ ਲੁੱਟਿਆ ਜਾ ਸਕਦਾ ਹੈ, ਸੱਚ ਨੂੰ ਥੋੜਾ ਚੁਰਾਇਆ ਜਾ ਸਕਦਾ ਹੈ ਕਿ ਕੋਈ ਕਿਸੇ ਦੇ ਸੱਚ ਨੂੰ ਚੁਰਾ ਕੇ ਲੈ ਜਾਏ ਤੇ ਉਹ ਬੰਦਾ ਫਿਰ ਮੁੜ ਕੇ ਸੱਚ ਕਦੇ ਬੋਲ ਹੀ ਨਾ ਸਕੇ। ਐਸਾ ਕਦੇ ਨਹੀਂ ਹੁੰਦਾ। ਕੋਈ ਉਚੱਕਾ, ਕੋਈ ਚੋਰ, ਕੋਈ ਲੁਟੇਰਾ ਉਹਨੂੰ ਲੁੱਟ ਨਹੀਂ ਸਕਦਾ। ਤੇ ਜਮ ਜਾਗਾਤੀ ਡੰਡ ਨਾ ਲਗਾਈ ਦਾ ਮਤਲਬ ਜਿੰਨੇ ਵੀ ਆ ਕਾਮ, ਕ੍ਰੋਧ ਆਦਿਕ ਨੇ, ਇਹ ਉਹਨੂੰ ਡੰਡ ਨਹੀਂ ਲਗਾ ਸਕਦੇ, ਉਹਨੂੰ ਸਜ਼ਾ ਨਹੀਂ ਦੇ ਸਕਦੇ। ਭਾਵ ਕਿ ਇਹ ਵਿਕਾਰ ਵੀ ਉਸ ਮਨੁੱਖ ਦੇ ਨਜ਼ਦੀਕ ਨਹੀਂ ਆਉਂਦੇ ਜਿਸ ਦੇ ਹਿਰਦੇ ਦੇ ਅੰਦਰ ਨਾਮ ਧਨ ਵਸਦਾ ਹੈ। ਦੂਜੇ ਪਾਸੇ ਗੱਲ ਕਰਦੇ ਨੇ, ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ, ਤਿਨਾ ਇੱਕ ਵਿਖ ਨਾਲ ਨਾ ਜਾਈ। ਸਾਕਤੀ ਦਾ ਮਤਲਬ ਰੱਬ ਦੇ ਨਾਲੋਂ ਟੁੱਟੇ ਹੋਏ, ਰੱਬੀ ਗੁਣਾਂ ਦੇ ਨਾਲੋਂ ਟੁੱਟੇ ਹੋਏ ਜਿਹੜੇ ਨੇ, ਉਹਨਾਂ ਨੇ ਵਿਖਿਆ ਜ਼ਹਿਰ ਦਾ ਧਨ ਇਕੱਠਾ ਕੀਤਾ ਹੈ। ਤੇ ਜ਼ਹਿਰ ਜਿਹਦੇ ਨਾਲ ਸਰੀਰ ਖਤਮ ਹੋਵੇ ਉਹਨੂੰ ਜ਼ਹਿਰ ਕਹਿੰਦੇ ਨੇ, ਤੇ ਜਿਨ੍ਹਾਂ ਔਗੁਣਾਂ ਵਿਕਾਰਾਂ ਦੇ ਨਾਲ ਜ਼ਮੀਰ ਖਤਮ ਹੋ ਜਾਏ ਉਹਨੂੰ ਵੀ ਜ਼ਹਿਰ ਕਿਹਾ ਗਿਆ ਹੈ। ਤਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਾਂ ਈਰਸ਼ਾ, ਦਵੈਸ਼, ਚੁਗਲੀ, ਨਿੰਦਾ, ਇਹ ਐਸੇ ਵਿਕਾਰ ਨੇ ਜੋ ਮਨੁੱਖ ਦੀ ਜ਼ਮੀਰ ਨੂੰ ਮਾਰ ਦਿੰਦੇ ਨੇ, ਜੋ ਮਨੁੱਖ ਦੇ ਅੰਦਰੋਂ ਇਨਸਾਨੀਅਤ ਨੂੰ ਖਤਮ ਕਰ ਦਿੰਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਸਾਕਤ ਨੇ, ਰੱਬ ਨਾਲੋਂ ਟੁੱਟੇ ਨੇ, ਉਹਨਾਂ ਨੇ ਪਾਪ ਕਰ ਕਰਕੇ ਇਸ ਆਤਮਕ ਮੌਤ ਲਿਆਉਣ ਵਾਲੀ ਜ਼ਹਿਰ ਨੂੰ ਇਕੱਠਾ ਕੀਤਾ ਹੈ। ਤੇ ਵਿਖ ਦਾ ਮਤਲਬ ਕਦਮ, ਇਹ ਆਤਮਕ ਜੀਵਨ ਦੇ ਅੰਦਰ ਇੱਕ ਕਦਮ ਵੀ ਉਹਨਾਂ ਦਾ ਸਾਥ ਨਹੀਂ ਦਿੰਦੀ। ਯਾਨੀ ਪਾਪ ਆਤਮਕ ਜੀਵਨ ਵਾਲੇ ਪਾਸੇ ਥੋੜਾ ਲੈ ਜਾਂਦੇ। ਪਾਪ ਕਰਨ ਦੇ ਨਾਲ ਬੰਦੇ ਦੇ ਅੰਦਰ ਇਨਸਾਨੀਅਤ ਥੋੜਾ ਪੈਦਾ ਹੋਏਗੀ। ਤਾਂ ਇਹ ਆਤਮਕ ਜੀਵਨ ਦੇ ਅੰਦਰ ਇੱਕ ਕਦਮ ਵੀ ਸਾਥ ਨਹੀਂ ਦਿੰਦੇ, ਸੁੱਖਾਂ ਦੇ ਰਾਹ ਦੇ ਉੱਤੇ ਕਦਮ ਵੀ ਸਾਥ ਨਹੀਂ ਦਿੰਦੇ। ਹਲਤੇ ਵਿੱਚ ਸਾਕਤ ਦੁਹੇਲੇ ਪਏ, ਹੱਥੋਂ ਛੁੜਕ ਗਿਆ, ਅੱਗੇ ਪਲਤ ਸਾਕਤ ਹਰ ਦਰਗਾਹ ਢੋਈ ਨਾ ਪਾਈ। ਇਸ ਸਮੇਂ ਜਦੋਂ ਬੰਦਾ ਪਾਪ ਕਮਾਉਂਦਾ ਹੈ ਉਦੋਂ ਸਾਕਤ ਦੁਖੀ ਹੁੰਦਾ ਹੈ, ਵਰਤਮਾਨ ਵਿੱਚ ਉਹ ਦੁਖੀ ਹੋ ਰਿਹਾ ਹੈ। ਹੱਥੋਂ ਛੁੜਕ ਗਿਆ ਤੇ ਜਿਹੜਾ ਵਰਤਮਾਨ ਹੈ ਉਹਦੇ ਹੱਥੋਂ ਨਿਕਲ ਜਾਂਦਾ ਹੈ, ਸ਼ੁਭ ਗੁਣ ਉਹਦੇ ਹੱਥੋਂ ਨਿਕਲ ਜਾਂਦੇ ਨੇ। ਸ਼ੁਭ ਗੁਣਾਂ ਵਾਸਤੇ ਉਹਨੇ ਟਰਾਈ ਕੀਤੀ ਨਹੀਂ, ਰੱਬੀ ਨਾਮ ਵਾਸਤੇ ਉਹਨੇ ਯਤਨ ਕੀਤਾ ਨਹੀਂ, ਰੱਬ ਦੇ ਰਜ਼ਾ ਭਾਣੇ ਵਿੱਚ ਤੁਰਨ ਵਾਸਤੇ ਵਰਤਮਾਨ ਵਿੱਚ ਯਤਨ ਨਹੀਂ ਕੀਤਾ, ਤਾਂ ਵਰਤਮਾਨ ਨਿਕਲ ਗਿਆ, ਹੱਥ ਚੋਂ ਨਿਕਲ ਗਿਆ, ਸ਼ੁਭ ਗੁਣ ਨਿਕਲ ਗਏ ਔਰ ਉਹ ਦੁਹੇਲਾ ਹੋਇਆ, ਔਖਾ ਹੋਇਆ, ਪਾਪ ਕਮਾਇਆ। ਅੱਗੇ ਪਲਤ ਸਾਕਤ ਹਰ ਦਰਗਾਹ ਢੋਈ ਨਾ ਪਾਈ, ਜੋ ਅੱਗੇ ਆਉਣ ਵਾਲਾ ਸਮਾਂ ਹੈ ਉਹਦੇ ਅੰਦਰ ਵੀ ਫਿਰ ਉਹਨੂੰ ਕਿਤੇ ਢੋਈ ਨਹੀਂ ਮਿਲਦੀ, ਰੱਬੀ ਦਰਗਾਹ ਦੇ ਅੰਦਰ ਢੋਈ ਨਹੀਂ ਮਿਲਦੀ। ਭਾਵ ਕਿ ਉਹਦਾ ਮਨ ਸ਼ੁਭ ਗੁਣਾਂ ਦੇ ਨਾਲ ਟਿਕਦਾ ਨਹੀਂ ਹੈ, ਉਹਨੂੰ ਕਿਤੇ ਮਾਨ ਆਦਰ ਨਹੀਂ ਮਿਲਦਾ, ਉਹਦਾ ਮਨ ਹਮੇਸ਼ਾ ਵਿਕਾਰਾਂ ਦੇ ਅੰਦਰ ਭਟਕਦਾ ਰਹਿੰਦਾ ਹੈ। ਇਸ ਮਨ ਮੰਦਰ ਮਹਿ ਮਨੁਆ ਧਾਵੈ, ਸੁਖ ਪੱਲਰ ਤਿਆਗ ਮਹਾਂ ਦੁਖ ਪਾਵੈ। ਉਹ ਸੁੱਖ ਨੂੰ ਤਿਆਗ ਕੇ, ਸੱਚ ਨੂੰ ਤਿਆਗ ਕੇ ਮਹਾਨ ਦੁਖੀ ਹੁੰਦਾ ਰਹਿੰਦਾ ਹੈ। ਭਾਵ ਕਿ ਉਹ ਹਰ ਥਾਂ ਦੇ ਉੱਤੇ ਬੰਦਾ ਦੁਖੀ ਹੈ ਜਿਸ ਬੰਦੇ ਨੇ ਪਾਪ ਕਰ ਕਰਕੇ, ਵਿਕਾਰ ਕਮਾ ਕਮਾ ਕੇ ਆਤਮਕ ਮੌਤ ਲਿਆਉਣ ਵਾਲੀ ਜ਼ਹਿਰ ਇਕੱਠੀ ਕੀਤੀ ਹੈ। ਉਹਨੂੰ ਰੱਬੀ ਦਰਗਾਹ ਦੇ ਅੰਦਰ ਥਾਂ ਨਹੀਂ ਮਿਲਦਾ। ਭਾਵ ਕਿ ਉਹ ਅੰਤਰ ਆਤਮੇ ਪ੍ਰਭੂ ਦੇ ਨਾਲ ਆਪਣਾ ਸੰਬੰਧ ਨਹੀਂ ਬਣਾ ਪਾਉਂਦਾ, ਆਪਣੇ ਅੰਦਰ ਵਸਤੇ ਰੱਬ ਨੂੰ ਨਹੀਂ ਵੇਖ ਪਾਉਂਦਾ, ਦੂਜਿਆਂ ਦੇ ਅੰਦਰ ਉਹ ਵਸਤੇ ਰੱਬ ਨੂੰ ਨਹੀਂ ਵੇਖ ਪਾਉਂਦਾ। ਉਹਦਾ ਪਿਆਰ ਔਰ ਵਿਹਾਰ ਕਿਸੇ ਦੇ ਨਾਲ ਰੱਬ ਵਰਗਾ ਨਹੀਂ ਹੁੰਦਾ, ਸਗੋਂ ਉਹ ਦੁਖੀ ਹੁੰਦਾ ਫਿਰਦਾ, ਵਿਕਾਰਾਂ ਦੇ ਅੰਦਰ ਭਟਕਦਾ ਰਹਿੰਦਾ ਹੈ। ਅਖੀਰਲੇ ਬਚਨ ਗੁਰਦੇਵ ਪਾਤਸ਼ਾਹ ਜੀ ਕਰਕੇ ਸਾਨੂੰ ਸਮਝਾ ਰਹੇ ਨੇ
ਇਸ ਹਰ ਤਨ ਕਾ ਸ਼ਾਹ ਹਰ ਆਪ ਹੈ ਸੰਤੋ, ਜਿਸ ਨੂੰ ਦੇ ਸੋ ਹਰ ਤਨ ਲੱਦ ਚਲਾਈ। ਕਿ ਇਹ ਰੱਬ ਦੇ ਪਿਆਰਿਓ, ਇਹ ਜੋ ਹਰ ਤਨ ਹੈ, ਰੱਬੀ ਜੋ ਗੁਣ ਨੇ, ਇਹਨਾਂ ਦਾ ਧੰਨ ਮਾਲਕ ਪ੍ਰਭੂ ਆਪ ਹੈ। ਤੇ ਯਾਦ ਰੱਖਣਾ, ਉਹ ਪ੍ਰਭੂ ਕਿੱਥੇ ਹੈ? ਉਹ ਸਾਡੇ ਤੋਂ ਵੱਖਰਾ ਬਾਹਰ ਨਹੀਂ, ਜਗਤ ਦੇ ਕਣ ਕਣ ਦੇ ਅੰਦਰ ਸਮਾਇਆ ਹੋਇਆ ਹੈ। ਸਭ ਹੈ ਘਟ ਰਾਮ ਬੋਲੇ, ਹਰ ਹਿਰਦੇ ਦੇ ਅੰਦਰ ਉਹ ਬੋਲ ਰਿਹਾ ਹੈ। ਘਟ ਘਟ ਮੈਂ ਹਰ ਜੂ ਵਸੈ, ਮੇਰੇ ਵਿੱਚ ਤੁਹਾਡੇ ਵਿੱਚ, ਹੋਰ ਪੂਰੀ ਮਨੁੱਖਤਾ ਦੇ ਹਿਰਦੇ ਦੇ ਅੰਦਰ ਉਹ ਵਸ ਰਿਹਾ ਹੈ। ਉਹਦੀ ਜੋਤ, ਉਹਦਾ ਨੂਰ, ਉਹਦਾ ਜ਼ਹੂਰ, ਉਹਦਾ ਜਲਵਾ, ਉਹਦੀ ਸੱਤਿਆ ਹਰ ਇੱਕ ਦੇ ਅੰਦਰ ਕੰਮ ਕਰ ਰਹੀ ਹੈ। ਵਿਸ਼ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਨੀ ਆਇਆ। ਸਾਰਿਆਂ ਦੇ ਅੰਦਰ ਉਹ ਬੈਠਾ ਹੈ। ਇਹਨਾਂ ਗੁਣਾਂ ਦਾ ਮਾਲਕ ਸਭ ਦੇ ਅੰਦਰ ਬੈਠਾ ਹੈ। ਜਿਸ ਨੂੰ ਦੇ ਸੋ ਹਰ ਤਨ ਲੱਦ ਚਲਾਈ, ਜਿਸ ਨੂੰ ਉਹ ਦਿੰਦਾ ਹੈ ਉਹ ਹਰੀ ਦਾ ਧਨ ਲੱਦ ਕੇ ਚੱਲਦਾ ਹੈ। ਚਲਾਈ ਦਾ ਮਤਲਬ ਆਪਣੇ ਜੀਵਨ ਨੂੰ ਚਲਾਉਂਦਾ ਹੈ, ਜੀਵਨ ਬਸਰ ਕਰਦਾ ਹੈ। ਹਰੀ ਧਨ ਨੂੰ ਲੱਦ ਕੇ ਉਹਨੇ ਵਿਹੜੇ ਭਰੇ ਹੋਏ ਨੇ, ਭਾਵ ਕਿ ਉਹਦੇ ਅੰਦਰ ਸਤ ਸੰਤੋਖ ਦੇ ਭੰਡਾਰ ਨੇ। ਉਹ ਉਸ ਗੁਣਾ ਮੁਤਾਬਕ ਜ਼ਿੰਦਗੀ ਜੀਂਦਾ ਹੈ। ਤੇ ਹੁਣ ਇਹ ਰੱਬੀ ਗੁਣ ਰੱਬ ਦਵੇਗਾ ਕਿਸ ਨੂੰ? ਜਿਹੜਾ ਉਹਦੇ ਤੋਂ ਗੁਣ ਮੰਗੇਗਾ। ਅੰਦਰ ਵਾਸਤੇ ਰੱਬ ਤੋਂ ਗੁਣ ਮੰਗੋ, ਅੰਦਰ ਵਾਸਤੇ ਰੱਬ ਦੇ ਗੁਣਾਂ ਨੂੰ ਯੂਜ਼ ਕਰੋ, ਉਹਨਾਂ ਨੂੰ ਵਰਤੋਂ ਦੇ ਵਿੱਚ ਲਿਆਓ। ਕਦੇ ਅੰਦਰ ਬੈਠਾ ਰੱਬ ਇਹ ਨਹੀਂ ਕਹਿਣ ਲੱਗਾ ਕਿ ਤੂੰ ਸੱਚ ਨੂੰ ਨਾ ਵਰਤ, ਪਰ ਅਸੀਂ ਆਪ ਹੀ ਸੱਚ ਨੂੰ ਨਹੀਂ ਵਰਤਦੇ। ਹਰ ਇਨਸਾਨ ਦੇ ਅੰਦਰ ਦਇਆ ਹੈ, ਹਰ ਇਨਸਾਨ ਦੇ ਅੰਦਰ ਪ੍ਰੇਮ ਹੈ, ਹਰ ਇਨਸਾਨ ਦੇ ਅੰਦਰ ਇਨਸਾਨੀਅਤ ਮੌਜੂਦ ਹੈ, ਸੱਚ ਮੌਜੂਦ ਹੈ, ਨਿਰਭੈਤਾ ਨਿਰਵੈਰਤਾ ਮੌਜੂਦ ਹੈ। ਇਹ ਕੋਈ ਨਹੀਂ ਕਹਿ ਸਕਦਾ ਕਿ ਮੇਰੇ ਵਿੱਚ ਇਹ ਗੁਣ ਨਹੀਂ ਹਨ। ਹਾਂ, ਇਹ ਅਸੀਂ ਸਾਰੇ ਕਹਿ ਸਕਦੇ ਹਾਂ ਕਿ ਅਸੀਂ ਇਹਨਾਂ ਗੁਣਾਂ ਨੂੰ ਵਰਤੋਂ ਵਿੱਚ ਨਹੀਂ ਲਿਆਉਂਦੇ, ਵਰਤੋਂ ਅਸੀਂ ਔਗੁਣਾਂ ਦੀ ਕਰਦੇ ਹਾਂ। ਇਹ ਵੱਖਰਾ ਟੌਪਿਕ ਹੈ। ਤਾਂ ਜਿਹੜਾ ਵੀ ਉਸ ਰੱਬ ਤੋਂ ਮੰਗਦਾ ਹੈ ਗੁਣ, ਉਸ ਨੂੰ ਰੱਬ ਗੁਣਾਂ ਦੀ ਦਾਤ ਬਖਸ਼ਦਾ ਹੈ। ਗੁਣਾਂ ਦਾ ਮਾਲਕ, ਗੁਣਾਂ ਦਾ ਭੰਡਾਰ ਹਰ ਇਨਸਾਨ ਦੇ ਅੰਦਰ ਹੈ। ਗੁਣ ਨਿਧਾਨ ਭਗਤਨ ਕੋ ਵਰਤਨ, ਬਿਰਲਾ ਪਾਵੇ ਕੋਈ। ਰੱਬ ਦੇ ਪਿਆਰੇ ਉਹਨਾਂ ਗੁਣਾਂ ਨੂੰ ਵਰਤਦੇ ਨੇ ਔਰ ਗੁਣਾਂ ਦੇ ਖਜ਼ਾਨੇ ਨੂੰ ਨਾਲ ਲੈ ਕੇ ਚੱਲਦੇ ਨੇ, ਆਪਣੇ ਜੀਵਨ ਨੂੰ ਗੁਣਾਂ ਰਾਹੀਂ ਚਲਾਉਂਦੇ ਨੇ। ਇਸ ਹਰ ਧਨੈ ਕਾ ਟੋਟਾ ਕਦੇ ਨਾ ਆਵਈ, ਜਨ ਨਾਨਕ ਕੋ ਗੁਰ ਸੂਝੀ ਪਾਈ। ਗੁਰੂਦੇਵ ਪਾਤਸ਼ਾਹ ਜੀ ਪਾਵਨ ਬਚਨ ਕਰਦੇ ਨੇ ਧੰਨ ਗੁਰੂ ਰਾਮਦਾਸ ਜੀ ਕਿ ਇਹ ਜਿਹੜਾ ਹਰ ਧਨ ਹੈ, ਯਾਨੀ ਰੱਬੀ ਗੁਣ ਨੇ, ਇਹਨਾਂ ਦਾ ਕਦੇ ਟੋਟਾ ਨਹੀਂ ਆਉਂਦਾ, ਕਦੇ ਘਾਟਾ ਨਹੀਂ ਪੈਂਦਾ, ਕਦੇ ਇਹ ਗੁਣ ਮੁੱਕਦੇ ਨਹੀਂ। ਜਨ ਨਾਨਕ ਕੋ ਗੁਰ ਸੂਝੀ ਪਾਈ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਦਾਸ ਨਾਨਕ ਨੂੰ ਗੁਰੂ ਨੇ ਇਹ ਸੂਝ ਬਖਸ਼ੀ ਹੈ, ਗੁਰੂ ਨੇ ਸਮਝ ਬਖਸ਼ੀ ਹੈ, ਗਿਆਨ ਦਿੱਤਾ ਹੈ। ਇਹ ਗੱਲ ਨਿਸ਼ਚਿਤ ਕਰਾ ਦਿੱਤੀ ਹੈ ਕਿ ਇਹਨਾਂ ਗੁਣਾਂ ਦੀ ਕਦੇ ਕਮੀ ਨਹੀਂ ਆਉਂਦੀ। ਇਹ ਗੁਣ ਹਰ ਥਾਂ ਦੇ ਉੱਤੇ, ਹਰ ਇਨਸਾਨ ਦੇ ਅੰਦਰ ਮੌਜੂਦ ਨੇ। ਜਿੰਨਾ ਵੀ ਵਰਤੋਗੇ ਕਦੇ ਇਹ ਗੁਣ ਘਟਣਗੇ ਨਹੀਂ, ਇਹਨਾਂ ਵਿੱਚ ਕਮੀ ਨਹੀਂ ਆਏਗੀ, ਇਹਨਾਂ ਦੇ ਵਿੱਚ ਵਾਧਾ ਹੀ ਪੈਂਦਾ ਜਾਏਗਾ। ਜਿਸ ਗੁਣ ਦੀ ਜਿੰਨੀ ਜ਼ਿਆਦਾ ਵਰਤੋਂ ਕਰੋਗੇ, ਉਹ ਗੁਣ ਹੋਰ ਪਰਿਪੱਕ ਹੁੰਦਾ ਜਾਏਗਾ, ਉਹ ਗੁਣ ਹੋਰ ਵੱਧਦਾ ਜਾਏਗਾ। ਤੇ ਉਸ ਗੁਣ ਰਾਹੀਂ ਉਪਜਿਆ ਜੋ ਸੁੱਖ ਹੈ, ਉਹ ਵੀ ਹਰ ਪਲ ਨਵਾਂ ਹੁੰਦਾ ਜਾਏਗਾ, ਉਹ ਵੀ ਹਰ ਪਲ ਹੋਰ ਵੱਧਦਾ ਚਲਾ ਜਾਏਗਾ। ਇਸ ਲਈ ਜੇ ਜੀਵਨ ਦੇ ਅੰਦਰ ਅਨੰਤ ਸੁੱਖ ਪਾਉਣਾ ਚਾਹੁੰਦਾ ਹੈ ਤਾਂ ਪਿਆਰਿਆ, ਤੇਰੇ ਅੰਦਰ ਅਨੰਤ ਗੁਣਾਂ ਦਾ ਭੰਡਾਰ ਪ੍ਰਭੂ ਬੈਠਾ ਹੈ। ਉਹਨਾਂ ਅਨੰਤ ਗੁਣਾਂ ਨੂੰ ਵਰਤ, ਤੇਰੀ ਜ਼ਿੰਦਗੀ ਦੇ ਅੰਦਰ ਅਨੰਤ ਸੁੱਖ ਪੈਦਾ ਹੋ ਸਕਦਾ ਹੈ। ਇਹ ਸੰਭਾਵਨਾ ਹੈ, ਪੋਸੀਬਿਲਿਟੀ ਹੈ। ਹਰ ਇਨਸਾਨ ਐਸੀ ਜ਼ਿੰਦਗੀ ਜੀ ਸਕਦਾ ਹੈ। ਤਾਂ ਐਸੀ ਜ਼ਿੰਦਗੀ ਜੀਣ ਵਾਸਤੇ ਇੱਕੋ ਇੱਕ ਸਾਧਨ ਹੈ ਕਿ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਭਾਈ ਆਪ ਪੜ੍ਹੀਏ, ਗੁਰਬਾਣੀ ਦੇ ਅਰਥ ਭਾਵਾਂ ਨੂੰ ਵਿਚਾਰੀਏ ਔਰ ਗੁਰਬਾਣੀ ਮੁਤਾਬਕ ਜੀਵਨ ਜੀ ਕੇ ਆਪਣੇ ਜੀਵਨ ਨੂੰ ਸਫਲ ਕਰੀਏ। ਔਗਣਿਆਰਾ ਜੀਵਨ ਕਦੇ ਵੀ ਚੰਗਾ ਨਹੀਂ ਹੁੰਦਾ। ਔਗਣਿਆਰੇ ਬੰਦੇ ਨੂੰ ਕਦੇ ਵੀ ਕੋਈ ਚੰਗਾ ਨਹੀਂ ਕਹਿੰਦਾ। ਔਗਣਿਆਰੇ ਮਾਨਸੇ ਭਲੋ ਨਾ ਕਹਿ ਕੋਈ। ਤੇ ਦੂਜੀ ਗੱਲ ਹੈ, ਸੱਚੇ ਇਨਸਾਨ ਨੂੰ ਹਰ ਥਾਂ ਦੇ ਉੱਤੇ ਮਾਨ ਆਦਰ ਸਤਿਕਾਰ ਮਿਲਦਾ ਹੈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਇਸ ਲਈ ਇਸ ਹਰੀ ਧਨ ਨੂੰ, ਹਰੀ ਦੇ ਗੁਣਾਂ ਨੂੰ ਸੰਸੀਏ, ਉਹਨਾਂ ਨੂੰ ਵਰਤੀਏ, ਗੁਣਾਂ ਮੁਤਾਬਕ ਜ਼ਿੰਦਗੀ ਜੀਵੀਏ, ਰੱਬੀ ਰਜਾ ਭਾਣੇ ਵਿੱਚ ਤੁਰੀਏ। ਤੇ ਸੌਖੇ ਸ਼ਬਦਾਂ ਵਿੱਚ ਸਮਝਣਾ ਹੋਵੇ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜੋ ਸਾਨੂੰ ਵੇ ਆਫ ਲਾਈਫ ਦਿੱਤਾ ਹੈ, ਇਸ ਵੇ ਆਫ ਲਾਈਫ ਨੂੰ ਅਪਣਾ ਕੇ ਆਪਣੇ ਜੀਵਨ ਨੂੰ, ਪਰਿਵਾਰਕ ਜੀਵਨ ਨੂੰ ਔਰ ਸਮਾਜ ਔਰ ਸੰਸਾਰ ਨੂੰ ਸਵਰਗ ਬਣਾਉਣ ਦਾ ਯਤਨ ਕਰੀਏ। ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।